कमर्शियल क्वांटिटी ਦੀਆਂ ਜਿਹੜੀਆਂ FIR ਨੇ 1458 FIR ਦਰਜ ਹੋਈਆਂ ਔਰ ਵੱਡੇ ਸਮਗਲਰ ਜਿਹੜੇ ਅਰੈਸਟ ਕੀਤੇ ਗਏ ਨੇ 2351 ਵੱਡੇ ਸਮਗਲਰ ਜਿਹੜੇ ਨੇ ਅਰੈਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ। ਮੀਡੀਅਮ ਕੁਆਂਟੀਟੀ ਦੀਆਂ 9216 FIR ਦਰਜ ਹੋਈਆਂ, ਸਮਾਲ ਕੁਆਂਟੀਟੀ ਦੀਆਂ 1540 FIR ਦਰਜ ਹੋਈਆਂ। ਔਰ ਕਮਰਸ਼ੀਅਲ ਕੁਆਂਟੀਟੀ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ FIR ਪਟਿਆਲਾ ਜ਼ਿਲ੍ਹੇ ਦੇ ਵਿੱਚ 114 ਦਰਜ ਹੋਈਆਂ, 96 FIR ਹੁਸ਼ਿਆਰਪੁਰ ਦੇ ਵਿੱਚ ਤੇ 96 FIR ਜਿਹੜੀਆਂ ਨੇ STF ਪੁਲਿਸ ਸਟੇਸ਼ਨ ਜਿਹੜਾ SAS ਨਗਰ ਦੇ ਵਿੱਚ ਉੱਥੇ ਦਰਜ ਕੀਤੀਆਂ ਗਈਆਂ। ਟੋਟਲ ਨੰਬਰ ਆਫ FIRs ਦੇ ਵਿੱਚ ਸਭ ਤੋਂ ਵੱਧ ਫਿਰੋਜ਼ਪੁਰ 'ਚ ਦਰਜ ਹੋਈਆਂ 795 FIR, ਫਿਰ 733 FIR ਪਟਿਆਲਾ 'ਚ ਦਰਜ ਹੋਈਆਂ ਤੇ 680 FIR ਜਿਹੜੀਆਂ ਨੇ ਉਹ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਦਰਜ ਹੋਈਆਂ। ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਪੀਰੀਅਡ ਦੇ ਦੌਰਾਨ, ਜਿਹਦੇ ਵਿੱਚ ਹੈਰੋਇਨ ਜਿਹੜੀ ਆ ਟੋਟਲ 1220 ਕਿਲੋ ਹੈਰੋਇਨ ਜਿਹੜੀ ਆ ਉਹ ਜ਼ਬਤ ਕੀਤੀ ਗਈ ਆ, ਜਿਹਦੇ ਵਿੱਚੋਂ 147 ਕਿਲੋ ਜਿਹੜੀ ਸੀ ਉਹ ਦੂਸਰੀਆਂ ਸਟੇਟਸ ਤੋਂ ਪੰਜਾਬ ਪੁਲਿਸ ਦੀ ਐਕਟਿਵ ਇਨਫੋਰਸਮੈਂਟ ਦੇ ਨਾਲ ਤੇ 1073 ਕਿਲੋ ਦੇ ਕਰੀਬ ਜਿਹੜੀ ਆ ਪੰਜਾਬ ਦੇ ਅੰਦਰੋਂ ਰਿਕਵਰ ਕੀਤੀ ਗਈ ਹੈ। 797 ਕਿਲੋਗ੍ਰਾਮ ਓਪੀਐਮ ਰਿਕਵਰ ਕੀਤੀ ਹੈ, 375 ਕੁਇੰਟਲ ਪੌਪੀ ਹਸਕ ਰਿਕਵਰ ਕੀਤੀ ਹੈ, 45 ਕਿਲੋ ਚਰਸ, 902 ਕਿਲੋ ਗਾਂਜਾ ਤੇ 65,49,399 ਜਿਹੜੀਆਂ ਨੇ ਉਹ ਇੰਜੈਕਸ਼ਨਸ, ਟੈਬਲੇਟਸ ਤੇ ਅਲੱਗ-ਅਲੱਗ ਯੂਨਿਟਸ ਜਿਹੜੇ ਆ ਉਹ ਇਸ ਸਮੇਂ ਦੇ ਦੌਰਾਨ ਜ਼ਬਤ ਕੀਤੇ ਗਏ। ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਰਿਕਵਰ ਕੀਤੀ ਹੈ, ਜਿਹਦੇ ਚ 12 ਕਰੋੜ 33 ਲੱਖ ਜਿਹੜਾ ਰੁਪਇਆ ਵਾ ਡਰੱਗ ਮਨੀ ਜਿਹੜੀ ਹੈ ਰਿਕਵਰ ਕੀਤੀ ਹੈ। ਜਿਹੜੇ ਵਹੀਕਲ ਇਨਵੋਲਵ ਸੀਗੇ 3261 ਵਹੀਕਲ ਕਨਫਿਸਕੇਟ ਕੀਤੇ ਗਏ ਆ ਔਰ ਇਸ ਸਮੇਂ ਦੇ ਦੌਰਾਨ 954 ਜਿਹੜੇ ਪ੍ਰੋਕਲੇਮਡ ਅਫੈਂਡਰ ਨੇ NDPS ਐਕਟ ਦੇ ਉਹ ਅਰੈਸਟ ਕੀਤੇ ਗਏ ਆ, ਕਿਉਂਕਿ ਇੱਕ ਸਪੈਸ਼ਲ ਕੈਂਪੇਨ ਪ੍ਰੋਕਲੇਮਡ ਅਫੈਂਡਰਸ ਦੇ ਖਿਲਾਫ ਵੀ ਚਲਾਇਆ ਗਿਆ ਸੀ ਇਸ ਸਮੇਂ ਦੇ ਦੌਰਾਨ। ਇਸੇ ਤਰ੍ਹਾਂ ਜਿਹੜੀਆਂ ਪਿਛਲੇ ਹਫਤੇ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹ ਵੀ ਦੱਸਣਾ ਚਾਹਾਂਗਾ ਮੈਂ। ਪਿਛਲੇ ਹਫਤੇ ਦੇ ਵਿੱਚ 205 FIR ਦਰਜ ਕੀਤੀਆਂ ਗਈਆਂ, 297 ਅਕਿਊਜ਼ਡ ਅਰੈਸਟ ਕੀਤੇ ਗਏ ਆ ਤੇ 32 ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਰਜਿਸਟਰ ਕੀਤੇ ਗਏ ਆ, ਜਿਹਦੇ ਚ 56 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਆ। 5.5 ਕਿਲੋ ਹੈਰੋਇਨ ਪਿਛਲੇ ਹਫਤੇ ਫੜੀ ਗਈ ਹੈ। ਇਸੇ ਤਰ੍ਹਾਂ ਓਪੀਐਮ ਜਿਹੜੀ ਹੈ 11 ਕਿਲੋ ਓਪੀਐਮ ਤੇ 10 ਹੋਰ POs ਜਿਹੜੇ ਨੇ ਅਰੈਸਟ ਕੀਤੇ ਗਏ ਆ। ਸੋ ਕੁੱਲ 964 PO ਜਿਹੜੇ ਨੇ ਇਸ ਪੂਰੀ ਕੈਂਪੇਨ ਦੇ ਟਾਈਮ ਦੇ ਉੱਤੇ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਆ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਜਿਹੜੇ ਬਾਕੀ ਸਪੈਸ਼ਲਾਈਜ਼ਡ ਵਿੰਗਸ ਨੇ ਉਹਨਾਂ ਨੇ ਵੀ ਇਸ ਸਮੇਂ ਦੇ ਦੌਰਾਨ ਕਾਫੀ ਉਪਲਬਧੀਆਂ ਜਿਹੜੀਆਂ ਪ੍ਰਾਪਤ ਕੀਤੀਆਂ, ਜਿਹਦੇ 'ਚ ਜਿਹੜੀ AGTF ਜਿਹਦਾ ਸਪੈਸ਼ਲੀ ਗਠਨ ਕੀਤਾ ਗਿਆ ਸੀਗਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ, ਉਹਨਾਂ ਨੇ ਟੋਟਲ ਜਿਹੜੇ ਨੇ ਗੈਂਗਸਟਰ ਜਿਹੜੇ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਆ ਜਾਂ ਥਰੂ ਡਿਸਟ੍ਰਿਕਟ ਪੁਲਿਸ ਅਰੈਸਟ ਕੀਤੇ ਆ ਉਹ 688 ਗੈਂਗਸਟਰ ਅਰੈਸਟ ਕੀਤੇ ਆ ਔਰ 5 ਜਿਹੜੇ ਨੇ ਹਾਰਡਕੋਰ ਕ੍ਰਿਮੀਨਲਸ ਜਿਹੜੇ ਨਿਊਟਰਲਾਈਜ਼ ਕੀਤੇ ਗਏ ਆ। ਇਸੇ ਤਰ੍ਹਾਂ ਜਿਹੜੇ ਮੋਡਿਊਲਸ ਬਸਟ ਕੀਤੇ 208 ਗੈਂਗਸਟਰਸ ਦੇ ਮੋਡਿਊਲਸ ਬਸਟ ਕੀਤੇ ਗਏ ਆ ਔਰ 667 ਵੈਪਨਸ ਅਲੱਗ-ਅਲੱਗ ਤਰ੍ਹਾਂ ਦੇ ਰਿਕਵਰ ਕੀਤੇ ਆ। 157 ਜਿਹੜੇ ਨੇ ਵਹੀਕਲ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਸੀਗੇ ਵਹੀਕਲਸ ਰਿਕਵਰ ਕੀਤੇ ਆ। ਇਸੇ ਤਰ੍ਹਾਂ AGTF ਨੇ ਵੀ ਆਪਣੇ ਕੰਟਰੀਬਿਊਸ਼ਨ ਦੇ ਨਾਲ 44 ਕਿਲੋ ਜਿਹੜੀ ਆ ਹੈਰੋਇਨ ਰਿਕਵਰ ਕੀਤੀ ਆ। ਸਿਮਿਲਰਲੀ ਜਿਹੜਾ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ ਉਹਨਾਂ ਨੇ ਐਂਟੀ ਟੈਰਰਿਜ਼ਮ ਫਰੰਟ ਦੇ ਉੱਤੇ ਵੀ ਕਾਫੀ ਕੰਮ ਕੀਤਾ ਪਿਛਲੇ ਸਮੇਂ ਦੇ ਦੌਰਾਨ, ਜਿਹਦੇ 'ਚ 18 ਜਿਹੜੇ ਨੇ ਟੈਰਰਿਸਟ ਮੋਡਿਊਲਸ ਬਸਟ ਕੀਤੇ ਗਏ ਆ ਔਰ 143 ਟੈਰਰਿਸਟ ਓਬਲੀਕ ਰੈਡੀਕਲਸ ਜਿਹੜੇ ਹਾਰਡਕੋਰ ਸੀਗੇ ਜਿਹੜੇ ਕਿ ਇਲੀਗਲ ਐਕਟੀਵਿਟੀਜ਼ ਦੇ ਇਨਵੋਲਵਡ ਸੀਗੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਵੈਪਨਸ ਜਿਹਦੇ 'ਚ 31 ਰਾਈਫਲਸ, 209 ਪਿਸਟਲਸ, 5 ਟਿਫਨ IDs ਤੇ 6.78 kg ਜਿਹੜਾ ਨਾ RDX ਉਹ ਰਿਕਵਰ ਕੀਤਾ ਗਿਆ। ਡਰੋਨਸ ਜਿਹੜੇ ਨੇ ਕਨਫਿਸਕੇਟ ਕੀਤੇ ਗਏ ਨੇ 51 ਡਰੋਨਸ ਉਹ BSF ਦੇ ਨਾਲ ਮਦਦ ਦੇ ਨਾਲ ਪੰਜਾਬ ਪੁਲਿਸ ਨੇ ਬਾਰਡਰ ਏਰੀਆ ਦੇ ਵਿੱਚ 51 ਜਿਹੜੇ ਡਰੋਨ ਨੇ ਉਹ ਕਨਫਿਸਕੇਟ ਕੀਤੇ ਆ। ਸਿਮਿਲਰਲੀ ਡਰੱਗਸ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਆਪਾਂ ਇੱਕ ਕੈਂਪੇਨ ਚਲਾਈ ਸੀਗੀ ਕਿ ਜਿਹੜੇ ਵੱਡੇ ਸਮਗਲਰਸ ਆ ਉਹਨਾਂ ਦੀਆਂ ਪ੍ਰੋਪਰਟੀਜ਼ ਜ਼ਬਤ ਕੀਤੀਆਂ ਜਾਣ। ਸੋ ਇਸ ਸਮੇਂ ਦੇ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਹੋਇਆ। ਟੋਟਲ ਜਿਹੜੇ ਕੇਸਿਸ ਨੇ 66 ਐਸੇ ਕੇਸਿਸ ਆ ਜਿਹਦੇ ਵਿੱਚ ਸਮਗਲਰਸ ਦੀ ਪ੍ਰੋਪਰਟੀ ਫੋਰਫਿਟ ਕੀਤੀ ਗਈ ਆ। ਸੋ ਟੋਟਲ ਜਿਹੜੀ ਪ੍ਰੋਪਰਟੀ ਫੋਰਫਿਟ ਕੀਤੀ ਗਈ ਆ ਉਹ 26 ਕਰੋੜ 72 ਲੱਖ ਦੀ ਪ੍ਰੋਪਰਟੀ ਫੋਰਫਿਟ ਕੀਤੀ ਹੈ, ਜਿਹਦੇ ਵਿੱਚ ਸਭ ਤੋਂ ਵੱਧ ਬਰਨਾਲਾ ਜ਼ਿਲ੍ਹੇ ਦੇ ਵਿੱਚ 13 ਕੇਸਿਸ ਦੇ ਵਿੱਚ ਪ੍ਰੋਪਰਟੀ ਫੋਰਫੀਚਰ ਹੋਇਆ।
ਫਾਜ਼ਿਲਕਾ ਦੇ ਵਿੱਚ 9 ਕੇਸਿਸ 'ਚ ਹੋਇਆ, ਮਲੇਰਕੋਟਲਾ 'ਚ 6 ਕੇਸਿਸ 'ਚ ਹੋਇਆ। STF ਤੇ ਤਰਨਤਾਰਨ ਜ਼ਿਲ੍ਹੇ ਨੇ ਅਲੱਗ-ਅਲੱਗ ਆਪਣੇ ਤੌਰ ਤੇ 5-5 ਕੇਸਿਸ ਦੇ ਵਿੱਚ ਜਿਹੜੀ ਆ ਪ੍ਰਾਪਰਟੀ ਫੋਰਫੀਚਰ ਕੀਤੀ ਹੈ। ਸੋ ਇਸ ਦੇ ਉੱਤੇ ਹੋਰ ਕੈਂਪੇਨ ਜਿਹੜੀ ਆ ਜਾਰੀ ਹੈ, ਕਿਉਂਕਿ NDPS ਐਕਟ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨ ਆ ਕਿ ਜਿਹੜੇ ਵੀ ਲੋਕ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਇਨਵੋਲਵਡ ਨੇ ਜਾਂ ਜਿਨ੍ਹਾਂ ਨੂੰ ਕਨਵਿਕਸ਼ਨ ਹੁੰਦੀ ਆ, ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਕੰਪੀਟੈਂਟ ਅਥਾਰਟੀ ਤੋਂ ਅਪਰੂਵਲ ਲੈ ਕੇ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਵੀਜ਼ਨ ਆ, ਜਿਹਦੇ ਨਾਲ ਜਿਹੜੇ ਲੋਕ ਵੱਡੇ ਸਮਗਲਰ ਡਰੱਗਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੇਕ ਲੱਗਦਾ ਹੈ, ਇੱਕ ਤਰ੍ਹਾਂ ਦਾ ਲੱਕ ਤੋੜਨ ਵਾਲੀ ਗੱਲ ਸਾਬਤ ਹੁੰਦੀ ਹੈ। ਸੋ ਸਾਰੇ ਜ਼ਿਲ੍ਹੇ ਇਸ ਦੇ ਉੱਤੇ ਸਪੈਸ਼ਲ ਕੈਂਪੇਨ ਚਲਾ ਕੇ ਅੱਗੇ ਵੀ ਲੱਗੇ ਹੋਏ ਆ, ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਪ੍ਰਾਪਰਟੀ ਫੋਰਫੀਚਰ ਦੇ ਜਿਹੜੇ ਮਾਮਲੇ ਉਹ ਦੇਖਣ ਨੂੰ ਮਿਲਣਗੇ ਆਪਾਂ ਨੂੰ। ਸੋ ਇਹ ਡਰੱਗਸ ਦੇ ਉੱਤੇ, ਗੈਂਗਸਟਰਸ ਦੇ ਉੱਤੇ, ਟੈਰਰਿਜ਼ਮ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰ ਰਹੀ ਹੈ, ਇਹ ਕੈਂਪੇਨ ਮਾਨਯੋਗ CM ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਇਸੇ ਤਰ੍ਹਾਂ ਹੀ ਅਗਲੇ ਆਉਂਦੇ ਟਾਈਮ ਦੇ ਵਿੱਚ ਵੀ ਜਾਰੀ ਰਹੇਗਾ। ਸਰ, ਅੱਜ ਵੀ CM ਸਾਹਿਬ ਦੀ ਮੀਟਿੰਗ ਹੋਈ ਹੈ ਨਸ਼ੇ ਨੂੰ ਲੈ ਕੇ, ਕਾਫੀ ਜਿਹੜੀ ਉਪਲਬਧੀ ਹੈ, ਹੋਰ ਵੀ ਜਿਹੜਾ NDPS ਮਾਮਲੇ 'ਚ ਵੀ ਹੋਰ ਸ਼ੋਧ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਡਰੋਨ ਦੀ ਤੁਸੀਂ ਗੱਲ ਕੀਤੀ ਹੈ, ਕਿਸ ਤਰ੍ਹਾਂ ਕੋਆਰਡੀਨੇਸ਼ਨ ਜਿਹੜਾ ਹੋ ਰਿਹਾ ਜਿੱਦਾਂ ਪਿਛਲੇ ਦਿਨਾਂ ਦੇਖੋ ਬਹੁਤ ਅੱਛਾ ਹੈ, ਜਿਸ ਤਰ੍ਹਾਂ ਮੈਂ ਦੱਸਿਆ ਬਾਕੀ ਏਜੰਸੀਜ਼ ਦੇ ਨਾਲ BSF ਦੇ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਪੰਜਾਬ ਪੁਲਿਸ ਦਾ। ਅੱਜ ਮਾਨਯੋਗ ਗ੍ਰਹਿ ਮੰਤਰੀ ਜੀ ਦੇ ਨਾਲ ਇੱਕ ਵੀਡੀਓ ਕਾਨਫਰੰਸ ਹੋਈ ਸੀਗੀ ਮਾਨਯੋਗ CM ਸਾਹਿਬ ਦੀ ਤੇ ਬਾਕੀ ਆਫੀਸਰਸ ਦੀ, ਉਹਦੇ ਵਿੱਚ ਵੀ ਜਿਹੜੇ ਇਸ਼ੂਜ਼ ਪੰਜਾਬ ਨਾਲ ਰਿਲੇਟਡ ਨੇ ਉਹ ਟੇਕ ਅਪ ਕੀਤੇ ਗਏ ਔਰ ਪੰਜਾਬ ਦੇ ਵਿੱਚ ਡਰੱਗਸ ਦੇ ਅਗੇਂਸਟ ਜਿਹੜੀ ਡਰਾਈਵ ਚੱਲ ਰਹੀ ਹੈ ਉਹਨੂੰ ਹੋਰ ਸਟਰੈਂਥਨ ਕੀਤਾ ਜਾਊਗਾ ਆਉਂਦੇ ਦਿਨਾਂ ਦੇ ਵਿੱਚ। नहीं, वो अलग है जी, दैट इज़ वेरी टेक्निकल, उसमें अभी बहुत सारी डेवलपमेंट्स चल रही हैं। BSF भी वर्क कर रही है, स्टेट पुलिस हमारे लोग भी उसमें, हमने भी एक टीम बनाई है, वो भी कर रहे हैं और सेंट्रल लेवल पे भी ये चल रहा है। तो इसको बेसिकली टेक्नोलॉजी है कि उसको डिटेक्ट किया जाए और डिटेक्ट करने के बाद प्रॉपर इन्वेस्टिगेशन हो फर्दर आगे। जे 51 का जो एक साल में जो इंटरनल सिक्योरिटी विंग ने पंजाब पुलिस ने बॉर्डर एरिया में जो कन्फिस्केट किए हैं वो 51 एक साल का है, जुलाई से लेके अब तक का। जब से हमने ये कैंपेन, ये जो स्पेशल कैंपेन हमने शुरू की थी, ये 5 जुलाई से स्टार्ट की थी, तो ये 5 जुलाई से लेके अब तक का आंकड़ा है जो 51 22 से 23 तक। डिटेल्स मेरे को नहीं है जी सारिया, बट मेन इशूज़ ਜਿਹੜੇ ਪੰਜਾਬ ਨਾਲ ਰਿਲੇਟਡ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ। ਜਿਹੜੇ ਇੱਕ ਤਾਂ NCB ਦਾ ਸੈਂਟਰ ਬਣਨਾ ਅੰਮ੍ਰਿਤਸਰ ਦੇ ਵਿੱਚ, ਉਹਦੇ ਲਈ ਲੈਂਡ ਆਲਰੇਡੀ ਜਿਹੜੀ ਹੈ ਪ੍ਰੋਵਾਈਡ ਕਰ ਦਿੱਤੀ ਗਈ ਹੈ, ਤੇ ਬਾਕੀ ਪ੍ਰੋਸੈਸ ਜਿਹੜਾ ਵਾ ਪਾਈਪਲਾਈਨ 'ਚ ਉਹ ਚੱਲ ਰਿਹਾ ਵਾ ਸਾਰਾ ਪ੍ਰੋਸੈਸ, ਔਰ ਜਿੱਥੇ ਜਿੱਥੇ ਬਾਰਡਰ ਏਰੀਆ ਨੂੰ ਸਟਰੈਂਥਨ ਕਰਨ ਦੀ ਗੱਲ ਆ ਉਹ ਵੀ ਟੇਕ ਅਪ ਕੀਤਾ ਜਾ ਰਿਹਾ ਵਾ। ਉਹ ਅਜੇ ਕੁਝ ਪ੍ਰੋਵੀਜ਼ਨਸ ਆ, ਉਹ ਅਜੇ ਡਿਟੇਲਸ ਫਰਦਰ ਸ਼ੇਅਰ ਕਰਾਂਗੇ ਤੁਹਾਡੇ ਨਾਲ। ਸਰ, ਪੰਚਾਇਤ ਦੇ ਨਾਲ ਕੋਆਰਡੀਨੇਸ਼ਨ ਕਰਨ ਦੀ ਗੱਲ ਕੀਤੀ ਗਈ ਹੈ CM ਸਾਹਿਬ ਵੱਲੋਂ। ਜੀ ਪਿੰਡਾਂ ਦੇ ਜਿਹੜਾ ਪੰਚਾਇਤ ਉਹ ਕਿਸ ਤਰ੍ਹਾਂ ਹੁਣ ਕੋਆਰਡੀਨੇਟ ਕਰੋਗੇ, ਕੋਈ ਰਣਨੀਤੀ ਤਿਆਰ, ਕੋਈ ਰੋਡ ਮੈਪ ਤਿਆਰ ਕੀਤਾ? ਨਹੀਂ, ਉਹਦਾ ਇੱਕ ਰੋਡ ਮੈਪ ਤਿਆਰ ਕਰਾਂਗੇ। ਦੇਖੋ ਸਾਰੇ SSPs ਨੂੰ, CPs ਨੂੰ ਇੱਕ ਹਦਾਇਤਾਂ ਸੀ ਕਿ ਕਮਿਊਨਿਟੀ ਨੂੰ ਇਨਵੋਲਵ ਕੀਤਾ ਜਾਵੇ ਡਰੱਗਸ ਦੇ ਵਿੱਚ, ਕਿਉਂਕਿ ਇਨਫੋਰਸਮੈਂਟ ਇੱਕ ਪਾਰਟ ਆ ਜਿਹੜਾ ਪੁਲਿਸ ਕਰਦੀ ਆ, ਜਿਹੜਾ ਆਪਾਂ ਜਿਹਦੀ ਆਪਾਂ ਗੱਲ ਕਰ ਰਹੇ ਇਨਫੋਰਸਮੈਂਟ ਆ, ਇਹਦੇ ਵਿੱਚ ਹੋਰ ਬਾਕੀ ਐਕਟੀਵਿਟੀਜ਼ ਦੀ ਵੀ ਜ਼ਰੂਰਤ ਆ, ਲੋਕਾਂ ਦੀ ਇਨਵੋਲਵਮੈਂਟ ਦੀ ਜ਼ਰੂਰਤ ਆ, ਅਵੇਅਰਨੈਸ ਦੀ ਜ਼ਰੂਰਤ ਆ। ਸੋ ਪੰਚਾਇਤਾਂ ਨੂੰ ਐਕਟਿਵਲੀ ਇਨਵੋਲਵ ਕੀਤਾ ਜਾਏਗਾ ਇਸ ਚੀਜ਼ ਵਿੱਚ। ਮੇਰੇ ਕੋਲੇ ਨਹੀਂ, ਮੈਨੂੰ ਇਹਦੇ ਬਾਰੇ ਨਹੀਂ, ਇਹ ਤਾਂ ਲੋਕਲ ਪੁਲਿਸ ਜਿਹੜੀ ਹੈ ਜਾਂ SSP ਮਾਨਸਾ ਹੈ ਉਹਨਾਂ ਦੇ ਕੋਲੇ ਜ਼ਿਆਦਾ ਡਿਟੇਲ ਹੋਏਗੀ। ਜੇ ਤੁਹਾਨੂੰ ਚਾਹੀਦੀ ਹੈ ਡਿਟੇਲ ਲੈ ਕੇ ਸ਼ੇਅਰ ਕਰ ਦਿੱਤੀ ਜਾਊਗੀ। ਨਹੀਂ, ਇੱਕ ਕੇਸ ਬਾਰੇ ਆਪਾਂ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਜਦੋਂ ਤੱਕ ਡਿਟੇਲਸ ਪਤਾ ਨਾ ਹੋਣ ਜੀ, ਉਦੋਂ ਤੱਕ ਕਿਸੇ ਵੀ ਚੀਜ਼ ਬਾਰੇ ਟਿੱਪਣੀ ਕਰਨੀ ਇੰਪੋਸੀਬਲ ਆ। ਕਮਿਊਨਿਟੀ ਦੀ ਇਨਵੋਲਵਮੈਂਟ ਜਿਹੜੀ ਆ ਉਹ ਕਈ ਤਰ੍ਹਾਂ ਨਾਲ ਹੁੰਦੀ ਹੈ, ਜਿਸ ਤਰ੍ਹਾਂ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ SSPs ਨੇ ਸਪੈਸ਼ਲੀ ਸਪੋਰਟਸ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ। ਯੂਥ ਦੀ ਇਨਵੋਲਵਮੈਂਟ ਚਾਹੀਦੀ ਆ, ਪੰਚਾਇਤ ਦੀ ਇਨਵੋਲਵਮੈਂਟ ਚਾਹੀਦੀ ਆ, ਜਿਹੜੇ ਇੱਕ ਪਰਟੀਕੂਲਰ ਏਜ ਗਰੁੱਪ ਤੋਂ ਆਪਾਂ ਉਹਨੂੰ ਕੈਟੇਗਰਾਈਜ਼ ਕਰ ਸਕਦੇ ਹਾਂ, ਉਸ ਤੋਂ ਥੱਲੇ ਉਸ ਤੋਂ ਉੱਤੇ ਦੇ ਸਾਰਿਆਂ ਦੀ ਇਨਵੋਲਵਮੈਂਟ ਚਾਹੀਦੀ ਹੈ। ਜਿਹੜਾ ਇੱਕ ਸਪੈਸੀਫਿਕ ਕੇਸ ਆ ਉਹਦੀਆਂ ਡਿਟੇਲਸ ਜਦੋਂ ਤੱਕ ਪੂਰੀਆਂ ਪਤਾ ਨਾ ਹੋਣ ਉਹਦੇ ਬਾਰੇ ਟਿੱਪਣੀ ਨਹੀਂ ਦਿੱਤੀ ਜਾ ਸਕਦੀ। ਮੈਂ ਉਹੀ ਤਦੇ ਕਹਿ ਰਿਹਾ ਜੀ, ਉਹ ਲੋਕਲ ਜਿਹੜੇ ਹੈ ਨਾ ਉਹੀ ਦੱਸ ਸਕਦੇ ਆ ਕੀ ਸਰਕਮਸਟੈਂਸਿਸ ਸੀਗੇ, ਕੀ ਇਸ਼ੂ ਸੀਗੇ, ਜਾਂ ਕੀ ਉੱਥੇ ਇਹੋ ਜਿਹਾ ਇਸ਼ੂ ਆਇਆ ਜਿਹਦੇ ਕਰਕੇ ਐਕਸ਼ਨ ਲੈਣਾ ਪਿਆ, ਉਹ ਲੋਕਲ ਹੀ ਦੱਸ ਸਕਦੇ।
ਹਾਂ ਮੈਂ ਲੈ ਸਕਦਾ ਜੀ, ਲੈ ਲਵਾਂਗਾ ਡਿਟੇਲ ਜੀ। ਨਹੀਂ ਮੈਂ ਜਿੱਦਾਂ ਤੁਹਾਨੂੰ ਕਿਹਾ ਜੀ, ਜਦੋਂ ਤੱਕ ਕੇਸ ਦੀਆਂ ਡਿਟੇਲਸ ਮੈਂ ਲੈ ਲਾਂਗਾ ਐਸਐਸਪੀ ਮਾਨਸਾ ਤੋਂ, ਜੋ ਵੀ ਫੈਕਟਸ ਹੋਣਗੇ ਸ਼ੇਅਰ ਕੀਤੇ ਜਾਣਗੇ, ਕਿਉਂਕਿ ਉਹ ਆਪਣੇ ਲੈਵਲ ਤੇ ਉਹਨਾਂ ਨੇ ਜੇ ਕੋਈ ਡਿਸੀਜਨ ਲਿਆ ਹੈ ਉਹਦਾ ਕੀ ਰੈਸ਼ਨਲ ਆ ਉਹੀ ਦੱਸ ਸਕਦੇ ਆ ਉਸ ਚੀਜ਼। ਸਭ ਜਿੱਦਾਂ ਤੁਸੀਂ ਲਗਾਤਾਰ ਹੀ ਕਹਿ ਰਹੇ ਹੋ ਕਿ ਅਸੀਂ ਰਿਕਵਰੀਜ਼ ਕੀਤੀ ਹੈ, ਲੇਕਿਨ ਉੱਪਰੀ ਲੈਵਲ ਤੇ ਤੁਹਾਡੀ ਕੋਈ ਮੋਨੀਟਰਿੰਗ ਹੁੰਦੀ ਹੈ? ਕਿਉਂਕਿ ਕਈ ਇਲਜ਼ਾਮ ਹੁਣ ਵੀ ਲੱਗਦੇ ਆ ਰਹੇ ਹੈ ਲੋਕਾਂ ਵੱਲੋਂ, ਜਾਂ ਕਿ ਵੀ ਹਜੇ ਵੀ ਡਰੱਗਸ ਵਿਕ ਰਿਹਾ ਹੈ ਤੇ ਹੋਰ ਵੀ ਕਈ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਂਦੀਆਂ, ਉੱਪਰੀ ਲੈਵਲ ਤੇ ਕੋਈ ਮੋਨੀਟਰਿੰਗ ਹੁੰਦੀ ਹੈ ਸਰ? ਕਿ ਜਿਹੜੀ ਨਹੀਂ ਦੇਖੋ, ਸਾਡੇ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ, ਸਾਡਾ ਇੱਕ ਤਾਂ ਸਾਡਾ ਸਪੈਸ਼ਲ ਜਿਹੜਾ ਵਿੰਗ ਹੈ STF ਆ, STF ਲੈਵਲ ਤੇ ਤਾਂ ਅਸੀਂ ਇਸ ਲੈਵਲ ਤੱਕ ਮੋਨੀਟਰਿੰਗ ਕਰ ਰਹੇ ਹਾਂ ਕਿ ਈਵਨ ਡਰੱਗਸ ਦੇ ਕੇਸਿਸ ਦੇ ਵਿੱਚ ਕਿੰਨੀ ਰਿਕਵਰੀਜ਼ ਹੋਈਆਂ। ਪਲੱਸ ਹੁਣ ਅਸੀਂ ਜਿਹੜਾ ਨਵਾਂ ਇੱਕ ਹੋਰ ਸ਼ੁਰੂ ਕੀਤਾ ਕਿ ਡਿਫਾਲਟ ਬੇਲਸ ਕਈ ਵਾਰੀ ਹੋ ਜਾਂਦੀਆਂ, ਜਿਹਦੇ 'ਚ 90 ਦਿਨ ਦਾ ਟਾਈਮ ਹੁੰਦਾ ਜਾਂ 180 ਦਿਨ ਦਾ ਟਾਈਮ ਹੁੰਦਾ, ਜਿਹਦੇ ਵਿੱਚ ਕੋਰਟ 'ਚ ਚਲਾਨ ਪ੍ਰੈਜ਼ੈਂਟ ਕਰਨਾ ਹੁੰਦਾ। ਸੋ ਉਹਦਾ ਵੀ ਅਸੀਂ ਸਪੈਸ਼ਲ ਹੁਣ ਐਨਾਲਿਸਿਸ ਕਰ ਰਹੇ ਹਾਂ ਕਿ ਪਿਛਲੇ ਟਾਈਮ ਦੇ ਵਿੱਚ ਕਿੰਨੀਆਂ ਡਿਫਾਲਟ ਬੇਲਸ ਹੋਈਆਂ, ਜਿਹੜੇ ਕੰਸਰਨਡ ਆਫੀਸਰਸ ਆ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਗਿਆ, ਜਿੱਥੇ ਐਕਸ਼ਨ ਨਹੀਂ ਲਿਆ ਗਿਆ ਹੁਣ ਤੱਕ ਉੱਥੇ ਅਸੀਂ ਇਨਸ਼ੋਰ ਕਰਾਂਗੇ। DGP ਸਾਹਿਬ ਵੱਲੋਂ ਹਦਾਇਤਾਂ ਹੈ, ਬਕਾਇਦਾ ਉਹਨਾਂ ਵੱਲੋਂ ਸਾਰਿਆਂ ਨੂੰ ਇੱਕ ਸਖਤ ਹਦਾਇਤਾਂ ਜਾਣਗੀਆਂ। ਐਂਡ ਉਹ ਐ ਨਹੀਂ ਕਿ ਕੋਈ ਅਸੀਂ ਕੋਈ ਜਨਰਲ ਗੱਲ ਕਰ ਰਹੇ, ਕੇਸ ਬਾਈ ਕੇਸ ਬੇਸਿਸ ਅਸੀਂ ਐਨਾਲਿਸਿਸ ਕਰ ਰਹੇ ਹਾਂ ਕਿ ਕਿਹੜੇ ਕੇਸ 'ਚ ਬੇਲ ਹੋਈ, ਕਿਉਂ ਬੇਲ ਹੋਈ, ਉਸ ਏਰੀਆ ਦਾ SHO ਕੌਣ ਸੀਗਾ, DSP ਕੌਣ ਸੀਗਾ, ਉਸ ਏਰੀਆ ਦੇ SSP CP ਕੌਣ ਸੀਗੇ, ਔਰ ਜਿਸ ਲੈਵਲ ਤੇ ਜਿਹਦੀ ਨਿਗਰਾਨੀ ਹੈ ਉਸ ਅਨੁਸਾਰ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਆਰੰਭੀ ਜਾਏਗੀ। ਇਸ ਕੇਸ ਦੇ ਵਿੱਚ ਨਹੀਂ, ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ। ਇਹ ਤਾਂ ਜਿਹੜੇ ਕੋਈ ਇਨਵੈਸਟੀਗੇਸ਼ਨ ਕਰ ਰਹੇ ਆ ਨਾ ਉਸ ਕੇਸਿਸ ਦੀ, ਉਹੀ ਦੱਸ ਸਕਦੇ ਆ ਤੁਹਾਨੂੰ, ਜਾਂ ਪ੍ਰਿਜ਼ਨ ਡਿਪਾਰਟਮੈਂਟ ਦੱਸ ਸਕਦੇ ਆ। ਨਹੀਂ ਇਹ ਬਹੁਤ ਵਧੀਆ ਬਾਜਵਾ ਜੀ, ਬਹੁਤ ਵਧੀਆ ਸੁਝਾਅ ਆ, ਇਸ ਤੇ ਕਰ ਸਕਦੇ ਆ। ਈਵਨ ਅਸੀਂ ਇੱਕ ਨੋਡਲ ਆਫੀਸਰ ਜ਼ਿਲ੍ਹਾ ਲੈਵਲ ਦੇ ਉੱਤੇ ਬਣਾ ਸਕਦੇ ਹਾਂ ਕਿ ਜਿਹੜੀਆਂ ਵੀ ਡਰੱਗਸ ਰਿਲੇਟਡ ਕੰਪਲੇਂਟਸ ਹੋਣ, ਸਪੈਸ਼ਲੀ ਜਿਹੜੀਆਂ ਕਿਸੇ ਦੇ ਖਿਲਾਫ ਬਾਏ ਨੇਮ ਹੁੰਦੀਆਂ, ਉਹਨਾਂ ਨੂੰ ਇੱਕ ਲੈਵਲ ਦੇ ਉੱਤੇ ਵੈਰੀਫਾਈ ਕੀਤਾ ਜਾਵੇ। ਔਰ ਜੇ ਅਫਸਰਾਂ ਦੇ ਖਿਲਾਫ ਆਉਂਦੀਆਂ, SHO DSP ਦੇ ਖਿਲਾਫ ਆਉਂਦੀਆਂ, ਤਾਂ ਮਿਨੀਮਮ SP ਲੈਵਲ ਤੇ ਉਹਦੀ ਇਨਕੁਆਇਰੀ, ਉਸ ਚੀਜ਼ ਦੀ ਵੈਰੀਫਿਕੇਸ਼ਨ ਹੋਵੇ। ਸੋ ਇਹਨੂੰ ਅਸੀਂ ਕਰਾਵਾਂਗੇ ਜੀ ਜ਼ਰੂਰ, ਹਰ ਹਾਲ ਦੇ ਵਿੱਚ। जी मुझे नहीं डिटेल्स पता जी, मैंने भी अभी देखा, तो वो जो इन्वेस्टिगेशन कर रहे हैं वही शेयर कर सकते हैं इसके बारे। हाँ जी, नहीं ये बारे मैनू नहीं पता जी, अजे इस स्टेज ते कुछ भी कहना बड़ा जल्दबाजी होगी। वो तो अजे इस स्टेज ते कोई डिसीजन की हुंदा पता नहीं हुंदा इहदे बारे। देखो जनरली जो लास्ट ईयर देखने च आया सी, अराउंड 244 के आसपास की फिगर सी लास्ट ईयर जी फिगर सी 2022 की जी फिगर सी। सो जोड़े कन्फिस्केट किए गए आ 22 तो लैके हुण तक, 5-7-22 तो कह लो फिगर असी पिक की है, वो 51 जोड़े ने वो कन्फिस्केट किए गए हैं। 244 इज फिगर ऑफ 2022 टोटल ईयर की। सो इस साल अजे मेरे को एग्जैक्ट फिगर नहीं हैगी, बट साइटिंग्स प्रॉबेबली पिछले साल नालों घट ने कंपैरेटिवली। सो एग्जैक्ट फिगर भी आ जाएगी अपने को, बट साल जिहड़ियां असीं कन्फिस्केट कीतियां अज तो लैके 1 साल तक, वो 51 ने टोटल जिहड़े ने। सर इलीगल वेपन्स काफ़ी आ रहे हैं, जिन्हें शूटआउट्स होंदे ने, काफ़ी इलीगल वेपन्स उन्हां दी रिकवरी नहीं ਇਹਦੇ ਵਿੱਚ ਜੇ ਦੇਖੋ ਸਾਡੀਆਂ ਟੀਮਸ ਜਿਹੜੀਆਂ ਸਪੈਸ਼ਲਾਈਜ਼ਡ ਬਣੀਆਂ ਹੋਈਆਂ, ਜਿੱਦਾਂ AGTF ਨੇ, ਮੈਂ ਜਿੱਦਾਂ ਦੱਸਿਆ ਤੁਹਾਨੂੰ, ਉਹਨਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਕਰੀਬ AGTF ਨੇ 607 ਵੈਪਨ ਰਿਕਵਰ ਕੀਤੇ ਆ ਪਿਛਲੇ 1 ਸਾਲ ਦੇ ਵਿੱਚ। ਸਿਮਿਲਰਲੀ ਜਿਹੜਾ ਸਾਡਾ ਇੰਟਰਨਲ ਸਿਕਿਉਰਿਟੀ ਵਿੰਗ ਆ, ਜਿਹੜਾ ਐਂਟੀ ਟੈਰਰਿਸਟ ਫਰੰਟ ਤੇ ਕੰਮ ਕਰਦਾ, ਉਹਨਾਂ ਨੇ ਵੀ ਕਰੀਬ 31 ਰਾਈਫਲਸ ਤੇ 209 ਰਿਵਾਲਵਰਸ, ਯਾਨੀ 240 ਵੈਪਨ ਉਹਨਾਂ ਨੇ ਰਿਕਵਰ ਕੀਤੇ ਆ। ਸੋ ਪਿਛਲੇ ਇਹ ਮੈਂ ਜ਼ਿਲ੍ਹਿਆਂ ਤੋਂ ਇਲਾਵਾ ਵੀ ਕਹਿ ਰਿਹਾ ਕਿ ਜਿਹੜੇ ਸਾਡੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਲੀਗਲ ਵੈਪਨਸ ਰਿਕਵਰ ਹੋਏ ਆ। ਸੋ ਇਹਦੇ ਖਿਲਾਫ ਜਿਹੜੇ ਸਾਡੇ ਵਿੰਗ ਬਣੇ ਆ AGTF, ਜਿੱਦਾਂ ਤੁਸੀਂ ਦੇਖਿਆ ਜੀ ਪਿਛਲੇ
ਕਾਫੀ ਟਾਈਮ ਤੋਂ ਪੰਜਾਬ ਦੇ ਵਿੱਚ ਗੈਂਗਸਟਰਸ ਦੇ ਫਰੰਟ ਤੋਂ ਆਪਾਂ ਗੱਲ ਕਰੀਏ ਤਾਂ ਕਾਫੀ ਸ਼ਾਂਤੀ ਹੈ। ਸੋ ਇਟ ਜਸਟ ਇਫੈਕਟਿਵਨੈਸ ਕਰਕੇ ਆ AGTF ਦੀ, ਔਰ ਉਹ ਲਗਾਤਾਰ ਲੱਗੇ ਹੋਏ ਆ, ਲਗਾਤਾਰ ਵੈਪਨਸ ਸੀਜ਼ ਹੋ ਰਹੇ ਆ, ਲਗਾਤਾਰ AGTF ਲੱਗੀ ਹੋਈ ਹੈ, ਲਗਾਤਾਰ ਇੰਟਰਨਲ ਸਿਕਿਉਰਿਟੀ ਵਿੰਗ, ਕਾਊਂਟਰ ਇੰਟੈਲੀਜੈਂਸ ਵਿੰਗ ਲੱਗਾ ਹੋਇਆ। ਇਹ ਇਨ ਐਡੀਸ਼ਨ ਟੂ ਡਿਸਟ੍ਰਿਕਟ ਪੁਲਿਸ ਆ ਜਿਹੜਾ ਮੈਂ ਕਹਿ ਰਿਹਾ। ਨਹੀਂ, ਉਸ ਤੋਂ ਪਹਿਲਾਂ ਵੀ ਕਾਫੀ ਘਟੀ ਹੈ ਜੀ ਐਕਟੀਵਿਟੀ, ਔਰ ਲੋਕੀ ਵੀ ਮਹਿਸੂਸ ਕਰਦੇ ਇਸ ਚੀਜ਼ ਨੂੰ। ਨਹੀਂ, ਉਹ ਦੇਖੋ BSF ਨੇ ਆਪਣਾ ਸਿਸਟਮ ਅੱਗੇ ਨਾਲੋਂ ਸਟਰੈਂਥਨ ਕੀਤਾ ਹੈ। ਸਟੇਟ ਗਵਰਨਮੈਂਟ ਦਾ ਦੇਖੋ, ਸਟੇਟ ਗਵਰਨਮੈਂਟ ਦਾ ਰੋਲ ਜਿਹੜਾ ਹੈ ਉਹ ਸੈਕੰਡ ਲਾਈਨ ਆਫ ਡਿਫੈਂਸ ਤੋਂ ਸਟਾਰਟ ਹੁੰਦਾ ਹੈ, ਬਟ ਕੋਆਰਡੀਨੇਸ਼ਨ ਆਪਸ ਦੇ ਵਿੱਚ ਪੂਰਾ ਰਹਿੰਦਾ ਦੋਨੋਂ ਏਜੰਸੀਜ਼ ਦਾ। ਔਰ ਪਿਛਲੇ ਟਾਈਮ ਦੇ ਵਿੱਚ ਜਿਹੜੇ ਇੰਨੇ ਡਰੋਨ ਆ, ਜਿੰਨੇ 51 ਆ, ਇਹ 'ਚੋਂ ਮੋਸਟਲੀ ਹੁਣ ਜਿਹੜੇ ਨੇ ਕਨਫਿਸਕੇਟ ਹੋਇਆ ਪਿਛਲੇ ਕੁਝ ਸਮੇਂ ਦੇ ਦੌਰਾਨ ਹੀ। ਸੋ ਇਹਦੇ ਤੇ ਸਰਵੇਲੈਂਸ ਆ, ਟੈਕਨੀਕਲ ਜਿਹੜੀ ਤੁਸੀਂ ਕਹਿ ਲਓ ਕਿ ਕੈਪੇਬਿਲਿਟੀ ਆ, ਵੱਧ ਰਹੀ ਆ डे बाय डे, और ये होर तुहानू मिलेगी उपलब्धि फर्दर भी आगे इस केस के विच। वो हमने फोरेंसिक के लिए लिखो, हमने एक ऑफिसर्स की टीम बनाई है। ऑफिसर्स ने काफ़ी जगह पे विजिट किया था टू स्ट्रेंथन दिस टेक्नोलॉजी। उसमें जो इन्वेस्टिगेशन वाला पार्ट है उसमें हम काफ़ी कैपेबल हो गए हैं उसमें, कि ड्रोन जब कन्फिस्केट हो जाता है उसके बाद जो इन्वेस्टिगेशन है उस पर काफ़ी हमें कहाँ से लॉन्च हुआ, कहाँ पे लैंड हुआ, ये चीज़ें हमें अब मतलब कुछ पता चल रही हैं। लेकिन डिटेक्ट करने वाला जो पार्ट है उस पर अभी और काम चल रहा है उस पार्ट। ਉਹਦਾ ਸਟੇਟਸ ਦੇਖੋ, ਉਹ ਤਾਂ ਜਿਹੜੇ ਆਫੀਸਰ ਇਨਵੈਸਟੀਗੇਟ ਕਰ ਰਹੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ, ਬਟ ਜੋ ਪ੍ਰੋਸੀਜਰਲ ਫਾਰਮੈਲਿਟੀਜ਼ ਇਨਵੈਸਟੀਗੇਸ਼ਨ ਦੇ ਵਿੱਚ ਜ਼ਰੂਰਤ ਹੁੰਦੀ ਆ ਸਾਰੀਆਂ ਪੂਰੀਆਂ ਕੀਤੀਆਂ ਗਈਆਂ ਵਾ, ਔਰ ਅੱਗੇ ਵੀ ਜੋ ਐਜ਼ ਪਰ ਲਾਅ ਬਣਦੀ ਹੈ ਕਾਰਵਾਈ ਉਹ ਕੀਤੀ ਜਾਊਗੀ ਇਹਦੇ ਵਿੱਚ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ।